ਜੀ ਨੂੰ ਮੈਂ ਪੁੱਛਣਾ ਚਾਹੁੰਦਾ ਕੈਪਟਨ ਸਾਹਿਬ ਨੂੰ, ਤੁਸੀਂ ਆਪਣੇ ਏਸੀ ਕਮਰੇ 'ਚ ਬੈਠੇ ਮਿਸ਼ਨ ਫਤਿਹ ਚਲਾ ਰਹੇ ਹੋ, ਤੁਸੀਂ ਆ ਕੇ ਬਾਜ਼ਾਰਾਂ ਦਾ ਜਾਂ ਮਾਰਕੀਟਾਂ ਦਾ ਜਾਂ ਹਾਲ ਦੇਖਿਆ ਕਿੰਨਾ ਬੁਰਾ ਹਾਲ ਹੈ। ਬਾਊ ਜੀ ਇੰਨਾ ट्रैफिक जाम, कोई सिस्टम नहीं है। क्या सरकार तो कोरोना संभल रहा? मेरा सवाल है, ਤੁਸੀਂ ਆਪ ਦੱਸੋ। ਤੁਸੀਂ ਇੰਨੀ ਜਗ੍ਹਾ ਤੇ ਆਉਂਦੇ ਜਾਂਦੇ ਹੋ, ਕੁਝ ਵੀ ਨਹੀਂ ਹੋਇਆ। ਹਾਲਾਂਕਿ ਡੇ ਬਾਏ ਡੇ ਇਹ ਦਿਨ ਬਾਏ ਦਿਨ ਇਹ ਵੱਧ ਰਿਹਾ, ਕੋਰੋਨਾ ਪੇਸ਼ੈਂਟ ਵੱਧ ਰਿਹਾ। मतलब कि बहुत ज़्यादा मार पै रही है आम पब्लिक वास्ते। तो मतलब कि सरकार ने कोई भी साथ नहीं दिता इत्थे। 9 ਤੋਂ 5 ਜਿਹੜਾ ਕੀ ਫਾਇਦਾ ਕਿਉਂ ਨਹੀਂ ਹੈਗਾ ਇਸ ਦਾ? कोई वैसे ही रश ही नहीं होता तो कोरोना क्यों होगा? कोरोना तो अगर होना कोरोना तो दिने रश च होना। अगर दुकान के बाहर भी खड़ा है तो 2 मिनट च ऑटो आता है, चक के ले जाते हैं। 700-800 रुपये का अगले का चलान हो जाता है, इन्ने दी अगले ने परचेज नहीं करनी। बाउंडेशन बंद की जाए, गाहक पहला ही नहीं हैगा। अगर मान लो कि भुले चक्के कोई गाहक आ ही गया, जो बाउंडेशन होएगी सानू भी होगा इन्हू फटाफट एक चीज़ देनी, इन्हू एक चीज़ दे के तोड़ दो गाहक नू, दूजी चीज़ असीं पूछांगे नहीं। बाउंडेशन खत्म होनी चाहिए। कोविड दे विच मेरे खुद दे रिलेशन च उन्होंने सरकारी टेस्ट कराया अपना इहदा कोविड का, उन्हों का उत्थे पॉजिटिव आया, वो घर दे सारे घबरा गए। उन्होंने उस तो 3 दिन बाद DMC टेस्ट कराया, पेड टेस्ट जो होंगे, तो उत्थे उन्होंने टेस्ट नैगेटिव आया। मतलब रिपोर्ट तक अपना ही नहीं समझ आ रहा कि रिपोर्ट से सिर्फ कपला हो रहा साढ़े हिसाब नाल, बट जेन्युइन ये सिर्फ पॉलिटिक्स गेम चल रही है मेरे हिसाब नाल। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਲੁਧਿਆਣਾ ਟਾਈਮਸ ਤੇ ਮੈਂ ਹਾਂ ਗੁਰਦੀਪ ਸਿੰਘ ਲੰਮੇ। ਅਨਲੌਕ 3 ਦੇ ਵਿੱਚ ਸਰਕਾਰ ਦੇ ਵੱਲੋਂ ਜਿਹੜੇ ਆ ਗਾਈਡਲਾਈਨਸ ਜਾਰੀ ਕੀਤੀਆਂ ਗਈਆਂ, ਦੁਕਾਨਦਾਰਾਂ ਨੂੰ ਰਾਹਤ ਦਿੱਤੀ ਗਈ। ਉਸ ਤੋਂ ਬਾਅਦ ਬਹੁਤ ਸਾਰੇ ਦੁਕਾਨਦਾਰ ਨੇ ਜਿਨ੍ਹਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਦੁਕਾਨਾਂ ਖੋਲ੍ਹਣ ਤੋਂ ਬਾਵਜੂਦ ਵੀ ਉਹਨਾਂ ਦੇ ਸਮਾਨ ਜਿਹੜਾ ਨਹੀਂ ਵਿਕ ਰਿਹਾ, ਉਹਨਾਂ ਨੂੰ ਕਿਸੇ ਤਰੀਕੇ ਦੇ ਨਾਲ ਵੀ ਕੋਈ ਪ੍ਰੋਫਿਟ ਨਹੀਂ ਹੋ ਰਿਹਾ। ਸੋ ਅੱਜ ਅਸੀਂ ਆ ਮੀਨਾ ਬਾਜ਼ਾਰ ਦੇ ਵਿੱਚ ਆਏ ਹਾਂ। ਇੱਥੇ ਬ੍ਰਾਈਡਲ ਜਿਹੜੇ ਆ ਸਮਾਨ ਵੇਚਿਆ ਜਾਂਦਾ ਹੈ, ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਦਾ ਹੁਣ ਕਾਰੋਬਾਰ ਚੱਲ ਰਿਹਾ ਹੈ। ਭਾਜੀ ਬ੍ਰਾਈਡਲ ਦਾ ਜਿਹੜਾ ਸਮਾਨ ਵਾ ਹੁਣ ਕਿਵੇਂ ਚੱਲ ਰਿਹਾ ਵਾ, ਵਿਕ ਰਿਹਾ ਕਿ ਨਹੀਂ? ਕੋਈ ਇੰਨਾ ਵਧੀਆ ਤਰੀਕੇ ਨਾਲ ਨਹੀਂ ਜੀ ਵਿਕ ਰਿਹਾ। ਰੀਜ਼ਨ ਬਿਹਾਈਂਡ ਕਿਉਂਕਿ ਲੋਕਡਾਊਨ ਦੀਆਂ ਜਿਹੜੀਆਂ ਨੀਤੀਆਂ ਹੈਗੀਆਂ ਸਰਕਾਰ ਦੀਆਂ ਸਾਡੇ ਅਕੋਰਡਿੰਗ ਸਹੀ ਨਹੀਂ ਹੈਗੀਆਂ। ਇੱਕ ਪਹਿਲਾਂ ਟਾਈਮ ਸੀ 7 ਵਜੇ ਤੱਕ ਦਾ, ਹੁਣ ਕਰਤਾ ਉਹਨਾਂ ਨੇ 8 ਵਜੇ ਤੱਕ ਦਾ। 8 ਵਜੇ ਤੋਂ ਬਾਅਦ ਹੁਣ ਇਹਨਾਂ ਨੇ 9 ਤੋਂ 5 ਫਿਰ ਕਰਫਿਊ ਲਗਾਤਾ। 9 ਤੋਂ 5 ਕਰਫਿਊ ਦਾ ਮਤਲਬ ਇਹ ਹੈ ਕਿ ਉਸ ਟਾਈਮ ਤਾਂ ਕੋਈ ਰਸ਼ ਵੈਸੇ ਹੀ ਨਹੀਂ ਹੁੰਦਾ, ਤੁਸੀਂ ਬਾਹਰ ਨਿਕਲੋ ਸੜਕ ਤੇ ਵੈਸੇ ਕੋਈ ਨਜ਼ਰ ਨਹੀਂ ਆਉਂਦਾ। 9 ਤੋਂ 5 ਕਰਫਿਊ ਦਾ ਕੋਈ ਫਾਇਦਾ ਨਹੀਂ ਹੈ। ਇਹਨਾਂ ਨੂੰ ਦੁਕਾਨਾਂ ਦਾ ਟਾਈਮ ਜਿਹੜਾ 8 ਵਜੇ ਤੱਕ, ਕੋਈ ਬਾਉਂਡੇਸ਼ਨ ਨਹੀਂ ਹੋਣੀ ਚਾਹੀਦੀ। 8-10 ਰਾਤ ਨੂੰ ਤਾਂ ਵੈਸੇ ਹੀ ਨਹੀਂ ਹੁੰਦਾ। ਤੁਸੀਂ ਇਹ ਬਾਉਂਡੇਸ਼ਨ ਜਿਹੜੀ ਹੈ 8 ਵਜੇ ਤੱਕ ਦੀ ਹੈਗੀ, ਇਹਨੂੰ ਖਤਮ ਕੀਤਾ ਜਾਵੇ। ਤੁਹਾਨੂੰ ਕੀ ਲੱਗਦਾ 9 ਤੋਂ 5 ਜਿਹੜਾ ਕੀ ਫਾਇਦਾ ਕਿਉਂ ਨਹੀਂ ਹੈਗਾ ਇਸ ਦਾ? ਕੋਈ ਵੈਸੇ ਹੀ ਰਸ਼ ਨਹੀਂ ਹੁੰਦਾ ਤਾਂ ਕੋਰੋਨਾ ਕਿਉਂ ਹੋਗਾ? ਕੋਰੋਨਾ ਤਾਂ ਅਗਰ ਹੋਣਾ ਕੋਰੋਨਾ ਤਾਂ ਦਿਨੇ ਰਸ਼ 'ਚ ਹੋਣਾ ਜਾਂ ਰਾਤ ਨੂੰ ਰਸ਼ 'ਚ ਹੋਣਾ। ਸੇਮ ਪੋਜੀਸ਼ਨ ਆ, ਰਾਤ ਨੂੰ ਵੀ ਸੇਮ ਪੋਜੀਸ਼ਨ ਆ, ਦਿਨ ਨੂੰ। ਤੁਸੀਂ ਹੁਣ ਦੇਖ ਲਓ ਵੈਸੇ ਵੀ ਕਿੰਨਾ ਕੁ ਰਸ਼ ਹੈਗਾ ਬਾਜ਼ਾਰ ਦੇ ਵਿੱਚ। ਇਹ ਜਿਹੜਾ ਯਾਨੀ ਕਿ ਇਹਨਾਂ ਨੇ ਲੋਕਡਾਊਨ ਲਗਾਇਆ ਹੋਇਆ, ਇਹਨੂੰ ਖਤਮ ਕਰਨਾ ਚਾਹੀਦਾ। ਉਹ ਕਦੀ ਸੰਡੇ ਨੂੰ ਲਾਸਟ ਸੰਡੇ ਇਹਨਾਂ ਨੇ ਓਪਨ ਕਰਤਾ, ਹੁਣ ਇਹਨਾਂ ਨੇ ਫਿਰ ਬੰਦ ਕਰਤਾ। ਅਤੇ ਫਿਰ ਦੂਸਰੀ ਗੱਲ ਹੈ ਕਿ ਸਾਰਾ ਕੁਝ ਬਿੱਲ ਵਗੈਰਾ ਸਾਰੇ ਆਏ ਆ ਸਾਨੂੰ, ਇਲੈਕਟ੍ਰੀਸਿਟੀ ਦੇ ਸਾਰੇ ਬਿੱਲ ਅਸੀਂ ਪਾਸ ਦਿੱਤੇ ਹੈ, ਚੈੱਕ ਦਿੱਤੇ ਹੈ। ਸਕੂਲਾਂ ਦੇ ਫੀਸਾਂ ਦੇ ਦੁਬਾਰਾ ਦੀ ਮੈਸੇਜ ਆ ਰਹੇ ਆ। ਇੱਕ ਵਾਰੀ ਸਿੰਗਲ ਸ਼ਾਟ ਇਹਨਾਂ ਨੂੰ ਪੇਮੈਂਟ ਕੀਤੀ ਹੈ ਸਕੂਲਾਂ ਵਗੈਰਾ ਨੂੰ, ਫਿਰ ਦੁਬਾਰਾ ਦੀ ਇਹਨਾਂ ਦੇ ਮੈਸੇਜ ਆ ਰਹੇ ਆ, ਦੁਬਾਰਾ ਦੀ ਪੇਮੈਂਟ ਕਰ ਰਹੇ ਆ। ਮੇਰੇ ਖਿਆਲ ਅੱਜ ਹੀ ਫੀਸ ਜਮ੍ਹਾਂ ਕਰਵਾਈ ਹੈ ਸਕੂਲ ਦੀ ਵੀ। ਫਿਰ ਇਹ ਐਡਮਿਸ਼ਨ ਚਾਰਜਿਸ ਵੀ ਮੰਗ ਰਹੇ ਆ ਸਕੂਲ ਵਾਲੇ। मतलब कि बहुत ज़्यादा मार पै रही है आम पब्लिक वास्ते। तो मतलब कि सरकार ने कोई भी साथ नहीं दिता इत्थे। होर दसो जी अपने टाइमिंग की गल कीती जांदी है, टाइमिंग तुहानूं की लगदा होर वधाउणा चाहीदा शॉप्स दा जिहड़ा आ? टाइम वधा देना चाहिए जी। टाइम वधाउण नाल कुछ नहीं होना, कोरोना खत्म नहीं होना टाइम वधाउण नाल। टाइम वधाना चाहिए इन्होंने, मतलब कि टाइम की बाउंडेशन नहीं होनी चाहिए। दुकानदार वाद हुण 8 बजे तक का टाइम है, मेरे को गाहक 7:30 बजे आ गया। साडा समान इदां दा एक गाहक नूं अद्धा पौना घंटा आराम नाल लगदा ही लगदा। इन्नी देर नूं पुलिस वाले आंदे कहंदे चक भी काका चलान कट देना। कित्थे जावे गाहक? तो इन्ने पैसे तक कमाने नहीं जिन्ना असीं चलान भुगत देना। भाजी कह रहे हैं टाइमिंग वधनी चाहिए है, टाइमिंग वाजूगी, लेकिन नाल ही कहा जा रहा है कि गाहक नहीं आने यार, फिर टाइमिंग वधाउण दा फायदा की हो? ਭਾਜੀ ਟਾਈਮਿੰਗ ਵਧਾਉਣਾ ਇਹ ਫਾਇਦਾ ਹੈ, ਕਸਟਮਰ ਦੇ ਮਾਈਂਡ 'ਚ ਇੱਕ ਚੀਜ਼ ਆ ਜਾਊਗੀ, ਜਦੋਂ ਸ਼ਾਮ ਦੇ ਟਾਈਮ ਆਪਾਂ ਨਿਕਲ ਸਕਦੇ ਹਾਂ, ਖੁੱਲ੍ਹਾ ਡੁੱਲਾ ਟਾਈਮ ਮਿਲਦਾ ਹੈ, ਸ਼ਾਪਿੰਗ ਆਪਾਂ ਕਰ ਸਕਦੇ ਹਾਂ। ਇੱਕ ਸਾਡੇ ਦਿਮਾਗ 'ਚ ਬੋਤਰੇਸ਼ਨ ਹੁੰਦੀ ਹੈ ਯਾਰ 8 ਵੱਜ ਗਏ ਨੇ, ਹਾਏ 8:30 ਹੋ ਗਏ ਨੇ, ਹੁਣ ਗਾਹਕ ਆ ਗਿਆ, ਗਾਹਕ ਨੂੰ ਫਟਾਫਟ ਸਮਾਨ ਦੇ ਕੇ ਅਸੀਂ ਭੇਜੀਏ। 9 ਤੋਂ ਪਲੱਸ ਹੋ ਗਏ, ਕੋਈ ਚਲਾਨ ਵਾਲਾ ਆ ਗਿਆ, ਇਹਨੇ ਪੈਸੇ ਕਮਾਣੇ ਜਿੰਨਾ ਸਾਡਾ ਚਲਾਨ ਕੱਟਿਆ ਜਾਣਾ। ਪਲੱਸ ਸਾਡਾ ਜਿਹੜਾ ਬਿਜ਼ਨਸ ਹੈ ਨਾ ਭਾਜੀ ਮੈਰਿਜ ਨਾਲ ਜੁੜਿਆ ਹੋਇਆ। ਮੈਰਿਜ 'ਤੇ ਸਿਰਫ 30 ਬੰਦੇ ਇਹਨਾਂ ਨੇ ਅਲਾਊਡ ਕੀਤੇ ਨੇ। 30 ਬੰਦੇ ਜਦੋਂ ਅਲਾਊਡ ਨੇ, ਜਦੋਂ ਤੱਕ ਬੰਦੇ ਵੱਧਦੇ ਨਹੀਂ ਹੈ ਤਦ ਤੱਕ ਸਾਡਾ ਕੋਈ ਇਹਨਾਂ ਮਤਲਬ ਪ੍ਰੋਸੈਸ ਹੋਊਗਾ ਨਹੀਂ ਬਿਜ਼ਨਸ ਦਾ। ਸਾਡਾ ਜਿੰਨਾ ਵੀ ਕੰਮ ਹੈ ਸਭ ਵਿਆਹ ਸ਼ਾਦੀ ਨਾਲ ਜੁੜਿਆ। ਵਿਆਹ ਸ਼ਾਦੀ ਦੇ ਬੰਦੇ ਵੱਧਣਗੇ, 500 200 400 ਬੰਦੇ ਦੀ ਗੈਦਰਿੰਗ ਹੋਊਗੀ, ਉਸ ਹਿਸਾਬ ਨਾਲ ਸਾਡੀ ਫਿਰ ਬਿਜ਼ਨਸ ਹੋਰ ਗਰੋ ਹੋਊਗਾ। ਸਰ ਕਿਹਾ ਜਾਂਦਾ ਪੁਲਿਸ ਵੱਲੋਂ ਵੀ ਤੰਗ ਕੀਤਾ ਜਾਂਦਾ ਪੁਲਿਸ ਦੇ ਵੱਲੋਂ ਵਾਰ-ਵਾਰ ਆ ਕੇ? ਪੁਲਿਸ ਵਾਲੇ ਆ ਕੇ ਤੰਗ ਕਰਦੇ ਆ। ਇਹ ਇਹਨਾਂ ਨੂੰ ਮੈਰਿਜ ਦਾ ਘੱਟੋ ਘੱਟ ਵੀ 100 ਬੰਦਾ ਕਰਨਾ ਚਾਹੀਦਾ ਵਾ, ਜਿਹਦੇ ਵਿੱਚ ਲੋਕ ਆਪਣੇ ਬੜੇ ਆਰਾਮ ਨਾਲ ਅਸੀਂ ਵਿਆਹ ਕਰ ਸਕਣ।
ਇਸ ਤੋਂ ਘੱਟ ਚੱਲ ਨਹੀਂ ਸਕਦਾ। तो कोरोना संभल रहा है क्या? सरकार तो कोरोना संभल रहा है? मेरा ਇਹ ਸਵਾਲ ਹੈ, ਤੁਸੀਂ ਆਪ ਦੱਸੋ। ਤੁਸੀਂ ਇੰਨੀ ਜਗ੍ਹਾ ਤੇ ਆਉਂਦੇ ਜਾਂਦੇ ਹੋ, ਕੁਝ ਵੀ ਨਹੀਂ ਹੋਇਆ। ਹਾਲਾਂਕਿ ਡੇ ਬਾਏ ਡੇ ਇਹ ਦਿਨ ਬਾਏ ਦਿਨ ਇਹ ਵੱਧ ਰਿਹਾ, ਕਰੋਨਾ ਪੇਸ਼ੈਂਟ ਵੱਧ ਰਿਹਾ ਬਹੁਤ ਜ਼ਿਆਦਾ ਵੱਧ ਰਿਹਾ। ਜਾਣੀ ਕਿ ਤੁਹਾਨੂੰ ਕੀ ਲੱਗਦਾ ਮਿਸ਼ਨ ਫਤਿਹ ਜਿਹੜਾ ਵਾ ਵੀ ਮਤਲਬ ਫਤਿਹ ਨਹੀਂ ਹੋ ਰਿਹਾ? ਮਿਸ਼ਨ ਫਤਿਹ ਇਹਨੂੰ ਕੋਈ ਮੰਨਦਾ ਨਹੀਂ ਹੈ, ਮੈਂ ਨਹੀਂ ਮੰਨਦਾ ਜੀ। ਭਾਜੀ ਮਿਸ਼ਨ ਫਤਿਹ ਮੈਨੂੰ ਇਹ ਚੀਜ਼ ਦੱਸੋ, ਬਾਜ਼ਾਰ ਦੇ ਵਿੱਚ ਕੋਈ ਸਿਕਿਉਰਿਟੀ ਤੁਸੀਂ ਦੇਖੀ ਹੈ ਲੱਗੀ ਹੋਈ? ਕੋਈ ਚੀਜ਼ ਦੇਖੀ ਆ ਭਾਜੀ? ਟ੍ਰੈਫਿਕ ਉਦਾਂ ਹੀ ਆ, ਟ੍ਰੈਫਿਕ ਦਾ ਬੁਰਾ ਹਾਲ ਹੈ। ਕੋਈ ਇਹਨਾਂ ਨੇ ਸਿਸਟਮ ਨਹੀਂ ਬਣਾਇਆ ਟ੍ਰੈਫਿਕ ਦਾ ਕਿ ਟ੍ਰੈਫਿਕ ਨੂੰ ਆਪਾਂ ਕੰਟਰੋਲ ਕਰ ਸਕੀਏ। ਤੇ ਇਹ ਮਿਸ਼ਨ ਫਤਿਹ ਚਲਾ ਰਹੇ ਨੇ। ਬਾਊ ਜੀ ਨੂੰ ਮੈਂ ਇਹ ਪੁੱਛਣਾ ਚਾਹੁੰਦਾ ਕੈਪਟਨ ਸਾਹਿਬ ਨੂੰ, ਤੁਸੀਂ ਆਪਣੇ ਏਸੀ ਕਮਰੇ 'ਚ ਬੈਠੇ ਮਿਸ਼ਨ ਫਤਿਹ ਚਲਾ ਰਹੇ ਹੋ, ਤੁਸੀਂ ਆ ਕੇ ਬਾਜ਼ਾਰਾਂ ਦਾ ਜਾਂ ਮਾਰਕੀਟਾਂ ਦਾ ਜਾਂ ਹਾਲ ਦੇਖਿਆ ਕਿੰਨਾ ਬੁਰਾ ਹਾਲ ਹੈ? ਬਾਊ ਜੀ ਇੰਨਾ ਟ੍ਰੈਫਿਕ ਜਾਮ, ਕੋਈ ਸਿਸਟਮ ਨਹੀਂ ਹੈ। ਚੌੜਾ ਬਾਜ਼ਾਰ ਅੱਜ ਇਹਨਾਂ ਨੂੰ ਵਨ ਵੇ ਕਰਨਾ ਚਾਹੀਦਾ ਹੈ, ਇਹ ਵਨ ਵੇ ਨਹੀਂ ਕਰਦੇ। ਕੋਈ ਇਹਨਾਂ ਦੀ ਸਿਕਿਉਰਿਟੀ ਨਹੀਂ ਖੜੀ, ਕੋਈ ਚੈਕਿੰਗ ਨਹੀਂ ਹੋ ਰਹੀ, ਕੋਈ ਕੁਛ ਨਹੀਂ ਹੋ ਰਹੀ। ਬੁਰਾ ਹਾਲ ਕੀਤਾ ਹੈ ਜੀ ਇਹਨਾਂ ਨੇ, ਸਰਕਾਰ ਨੇ। ਮਿਸ਼ਨ ਫਤਿਹ ਚਲਾਇਆ, ਉਹ ਮਿਸ਼ਨ ਫਤਿਹ ਚਲਾਇਆ ਕਿਸ ਚੀਜ਼ ਦਾ ਭਾਜੀ ਇਹ ਤਾਂ ਦੱਸੋ, ਕੋਈ ਸਾਨੂੰ ਨਜ਼ਰ ਤਾਂ ਆਵੇ ਆਮ ਜਨਤਾ ਨੂੰ। ਇੰਨਾ ਬੁਰਾ ਹਾਲ ਕੀਤਾ ਹੈ ਇਹਨਾਂ ਨੇ। ਬਾਹਰ ਜਦੋਂ ਗਾਹਕ ਆਉਂਦੇ ਨੇ ਆਪਦੀ ਸਕੂਟੀ ਵਗੈਰਾ ਲਾਉਂਦੇ ਨੇ, ਬਾਹਰ ਰੋਡ ਤੇ ਲਾ ਲੈਂਦੇ ਨੇ, ਤਾਂ ਬਾਅਦ ਵਿੱਚ ਕਿਹਾ ਜਾਂਦਾ ਕਿ ਉਹਨਾਂ ਨੇ ਸਕੂਟੀ ਵਗੈਰਾ ਲੈ ਜਾਂਦੇ ਨੇ ਪੁਲਿਸ ਵਾਲੇ ਵੀ। ਇਦਾਂ ਹੋ ਜਾਂਦਾ? ਲੈ ਜਾਂਦੇ ਜੀ, ਲੈ ਜਾਂਦੇ 2 ਮਿੰਟ 'ਚ ਹੀ, 1 ਸੈਕਿੰਡ ਵੀ ਨਹੀਂ ਹੁੰਦਾ। ਕਸਟਮਰ ਆਏਗਾ, ਉਹਨੇ ਪਾਰਕਿੰਗ ਤਾਂ ਕਰਨ ਨੂੰ 2 ਮਿੰਟ ਲੱਗਦੇ ਆ। ਅਗਰ ਦੁਕਾਨ ਦੇ ਬਾਹਰ ਵੀ ਖੜਾ ਹੈ ਤਾਂ 2 ਮਿੰਟ 'ਚ ਆਟੋ ਆਉਂਦਾ, ਚੱਕ ਕੇ ਲੈ ਜਾਂਦੇ ਆ। 700-800 ਰੁਪਏ ਦਾ ਅਗਲੇ ਦਾ ਚਲਾਨ ਹੋ ਜਾਂਦਾ ਹੈ, ਇੰਨੇ ਦੀ ਅਗਲੇ ਨੇ ਪਰਚੇਜ਼ ਨਹੀਂ ਕਰਨੀ। ਫਿਰ ਤੁਸੀਂ ਰੇੜੀਆਂ ਕੋ ਲੱਗਣ ਨਾਲੇ ਦੂਜੀ ਗੱਲ ਰਹੀ ਗੱਲ ਕੋਵਿਡ ਦੀ, ਕੋਵਿਡ ਦੇ ਵਿੱਚ ਮੇਰੇ ਖੁਦ ਦੇ ਰਿਲੇਸ਼ਨ 'ਚ ਉਹਨਾਂ ਨੇ ਸਰਕਾਰੀ ਟੈਸਟ ਕਰਾਇਆ ਆਪਣਾ ਇਹਦਾ ਕੋਵਿਡ ਦਾ, ਉਹਨਾਂ ਦਾ ਉੱਥੇ ਪੋਜ਼ਿਟਿਵ ਆਇਆ। ਉਹ ਘਰ ਦੇ ਸਾਰੇ ਘਬਰਾ ਗਏ। ਉਹਨਾਂ ਨੇ ਉਸ ਤੋਂ 3 ਦਿਨ ਬਾਅਦ ਡੀਐਮਸੀ 'ਚ ਟੈਸਟ ਕਰਾਇਆ, ਪੇਡ ਟੈਸਟ ਜਿਹੜਾ ਹੁੰਦਾ, ਤੇ ਉੱਥੇ ਉਹਨਾਂ ਦਾ ਟੈਸਟ ਨੈਗੇਟਿਵ ਆਇਆ। ਮਤਲਬ ਰਿਪੋਰਟਸ ਦਾ ਕਪਲਾ ਹੀ ਨਹੀਂ ਸਮਝ ਆ ਰਿਹਾ ਕਿ ਰਿਪੋਰਟ 'ਚ ਸਿਰਫ ਕਪਲਾ ਹੋ ਰਿਹਾ। ਸਾਡੇ ਹਿਸਾਬ ਨਾਲ ਨਾਰਮਲ ਪੇਸ਼ੈਂਟ ਵੀ ਜਿਹੜਾ ਹੁੰਦਾ ਉਹਨੂੰ ਪਰੇਸ਼ਾਨ ਕਰਕੇ ਕੋਵਿਡ ਹੋ ਜਾਂਦਾ ਹੈ, ਅਗਲਾ ਟੈਨਸ਼ਨ 'ਚ ਆ ਕੇ ਕੋਵਿਡ 'ਚ ਆ ਜਾਂਦਾ ਹੈ, ਜੋ ਵੀ ਹੈ। ਬਟ ਜੈਨੂਅਨ ਇਹ ਸਿਰਫ ਪੋਲੀਟਿਕਸ ਗੇਮ ਚੱਲ ਰਹੀ ਹੈ ਮੇਰੇ ਹਿਸਾਬ ਨਾਲ। ਇਹ ਗੱਲ ਕਰੀਏ ਹੁਣ ਗਾਹਕਾਂ ਦੀ, ਗਾਹਕ ਆਉਂਦੇ ਨੇ ਇੱਥੇ ਭੀੜ ਦੇ ਵਿੱਚ ਆਉਂਦੇ ਆ ਬਹੁਤ ਜ਼ਿਆਦਾ। ਤੁਹਾਨੂੰ ਕਦੇ ਇੱਦਾਂ ਲੱਗਿਆ ਵਾ ਕੋਈ ਸਸਪੈਕਟਡ ਤੁਹਾਡੇ ਕੋਲੇ ਆਇਆ ਹੋਵੇ, ਤੁਹਾਨੂੰ ਲੱਗਿਆ ਹੋਵੇ ਇਸ ਤਰੀਕੇ ਦੇ ਨਾਲ ਵੀ ਜਿਵੇਂ ਹੋਲਾ ਮਚਾਇਆ ਗਿਆ ਵੀ ਕਰੋਨਾ ਵਾਇਰਸ ਦੇ ਪੇਸ਼ੈਂਟ ਬਹੁਤ ਸਸਪੈਕਟਡ ਇੱਥੇ ਘੁੰਮਦੇ ਫਿਰਦੇ ਨੇ? ਦੇਖੋ ਮੈਂ ਕਰੋਨਾ ਪੇਸ਼ੈਂਟ ਦੇਖਿਆ ਹੀ ਨਹੀਂ ਹੈ, ਔਰ ਮੈਨੂੰ ਇਹ ਲੱਗਦਾ ਕਿ ਕਰੋਨਾ ਹੈ ਹੀ ਨਹੀਂ ਹੈ। ਜੋ ਮੇਰੀ ਸੋਚ ਹੈ, ਮੈਨੂੰ ਇਦਾਂ ਲੱਗਦਾ। ਮੈਂ ਦੇਖਿਆ ਹੀ ਨਹੀਂ ਕਿਸੇ ਨੂੰ, ਨਾ ਹੀ ਕੋਈ ਸਿਪਟਮ ਨਜ਼ਰ ਆਏ, ਕਿਸੇ ਦੇ ਵੀ ਨਹੀਂ ਨਜ਼ਰ ਆਏ ਵੀ ਹਾਂ ਵੀ ਕੁਝ ਹੋਇਆ ਜਾਂ ਨਹੀਂ। ਮੇਰੇ ਕੋਈ ਨਜ਼ਦੀਕ ਕਿਸੇ ਨੂੰ ਵੀ ਦੇਖਿਆ ਜਾਵੇ, ਕਿਸੇ ਰਿਲੇਸ਼ਨ ਦੇ ਵਿੱਚ ਕਿਸੇ ਨੂੰ ਵੀ ਨਹੀਂ ਹੋਇਆ ਕੁਝ। ਅਗਰ ਆਮ ਵਾਇਰਲ ਹੋ ਗਿਆ ਠੀਕ ਹੈ, 2 ਦਿਨ ਉਹਨਾਂ ਨੇ ਮੈਡੀਸਨ ਲਿੱਤੀ ਠੀਕ ਹੈ, ਨਾਲੇ ਡਾਕਟਰ ਤਾਂ ਹੱਥ ਹੀ ਨਹੀਂ ਲਗਾਉਂਦੇ ਕਿਸੇ ਨੂੰ। ਆਮ ਵਾਇਰਲ ਵਾਲੇ ਬੰਦੇ ਨੂੰ ਵੀ ਡਾਕਟਰ ਹੱਥ ਨਹੀਂ ਲਗਾਉਂਦੇ। ਜੈਨੂਅਨ ਤੁਸੀਂ ਦੇਖਦੇ ਪਏ ਹੋ, ਕੋਈ ਵੀ ਹਸਪੀਟਲ ਵਾਲਾ ਕੋਈ ਜੈਨੂਅਨ ਸਪੋਰਟ ਨਹੀਂ ਕਰ ਰਿਹਾ ਕਿਸੇ ਵੀ ਪੇਸ਼ੈਂਟ ਨੂੰ। ਆਉਂਦੇ ਆ, ਉਹਨਾਂ ਨੂੰ ਬਾਹਰ ਬਿਠਾ ਦਿੰਦੇ ਆ। ਅਗਰ ਬਾਈ ਚਾਂਸ ਕਰੋਨਾ ਪੋਜ਼ਿਟਿਵ ਹੁੰਦਾ, ਉਹਨੂੰ ਕੋਈ ਟ੍ਰੀਟਮੈਂਟ ਨਹੀਂ ਦਿੱਤਾ ਜਾਂਦਾ। ਉਨੀ ਦੇਰ 'ਚ ਤੁਸੀਂ ਦੇਖਦੇ ਪਏ ਪਿੱਛੇ ਕਿੰਨੀ ਨਿਊਜ਼ ਫੈਲੀ ਸੀਗੀ, ਕੋਈ ਪੇਸ਼ੈਂਟ ਦੀ ਡੈਥ ਹੋ ਗਈ ਹੈ ਡਿਲੇ ਦੇ ਕਾਰਨ। ਉਹ ਫਿਰ ਅਗਰ ਤੁਸੀਂ ਡਾਕਟਰ ਹੈਗੇ ਹੋ ਤਾਂ ਡਾਕਟਰ ਕਿਸ ਵਾਸਤੇ ਹੋ? ਤੁਸੀਂ ਸਿਰਫ ਜਾਨ ਬਚਾਉਣ ਵਾਸਤੇ ਹੋ। ਬੜੇ ਜਾਨ ਤਾਂ ਨਹੀਂ ਬਚਾਈ ਜਾ ਰਹੀ ਮੇਰੇ ਹਿਸਾਬ ਨਾਲ। ਹੁਣ ਵਾਪਸ ਉੱਥੇ ਗੱਲ ਆਉਂਦੀ ਆ ਦੁਬਾਰਾ ਦੁਕਾਨਦਾਰੀ ਦੇ ਉੱਤੇ ਕਿ ਤੁਹਾਡੇ ਵੱਲੋਂ ਹੁਣ ਸਰਕਾਰ ਨੂੰ ਕੀ ਮੰਗ ਹੈ, ਕੀ ਚਾਹੁੰਦੇ ਹੋ ਤੁਸੀਂ ਟਾਈਮਿੰਗ ਦੀ ਜਾਂ ਹੋਰ ਕਿਸੇ ਤਰੀਕੇ ਦੇ ਨਾਲ? ਬਾਉਂਡੇਸ਼ਨ ਬੰਦ ਕੀਤੀ ਜਾਵੇ। ਗਾਹਕ ਪਹਿਲਾਂ ਹੀ ਨਹੀਂ ਹੈਗਾ। ਅਗਰ ਮੰਨ ਲਓ ਕਿ ਭੁੱਲੇ ਚੱਕੇ ਕੋਈ ਗਾਹਕ ਆ ਹੀ ਗਿਆ, ਜੇ ਬਾਉਂਡੇਸ਼ਨ ਹੋਏਗੀ ਸਾਨੂੰ ਵੀ ਹੋਊਗਾ ਇਹਨੂੰ ਫਟਾਫਟ ਇੱਕ ਚੀਜ਼ ਦੇਣੀ, ਇਹਨੂੰ ਇੱਕ ਚੀਜ਼ ਦੇ ਕੇ ਤੋੜ ਦੋ ਗਾਹਕ ਨੂੰ, ਦੂਜੀ ਚੀਜ਼ ਅਸੀਂ ਪੁੱਛਾਂਗੇ ਨਹੀਂ। ਬਾਉਂਡੇਸ਼ਨ ਖਤਮ ਹੋਣੀ ਚਾਹੀਦੀ ਹੈ। ਯਾਨੀ ਕਿ ਟਾਈਮ ਕੰਜ਼ਿਊਮਿੰਗ ਹੈ ਇਸ ਜਗ੍ਹਾ ਦੇ ਉੱਤੇ ਵੀ ਜਿਹੜਾ। ਬਿਲਕੁਲ ਜੀ। ਇਹੀ ਮੰਗਾਂ ਨੇ ਕਿ ਮਤਲਬ ਟਾਈਮ ਵਧਾ ਦਿੱਤਾ ਜਾਵੇ। ਟਾਈਮ ਵਧਾ ਦਿੱਤਾ ਜਾਵੇ, ਥੋੜਾ ਜਿਹਾ ਸਾਡੇ ਬਾਰੇ ਸੋਚਿਆ ਜਾਵੇ। ਸਾਡੇ ਵੀ ਡਾਇਰੈਕਟ ਰਹੀ ਗੱਲ ਪ੍ਰੀਕਾਸ਼ਨ ਅਸੀਂ ਸਾਰੀ ਲੈਂਦੇ ਆ। ਸਾਡੇ ਕੋਲ ਹੁੰਦਾ ਸੈਨੀਟਾਈਜ਼ਿੰਗ ਹਰ ਜਗ੍ਹਾ ਤੇ ਕਸਟਮਰ ਆਉਂਦਾ ਅਸੀਂ ਸੈਨੀਟਾਈਜ਼ ਕਰਾਈਦਾ, ਟੈਂਪਰੇਚਰ ਚੈੱਕ ਕਰੀਦਾ, ਹਰ ਚੀਜ਼ ਕਰੀਦੀ ਆ। ਬਟ ਇਹ ਜਿਹੜੀ ਬਾਉਂਡੇਸ਼ਨ ਹੈਗੀ, ਬਾਉਂਡੇਸ਼ਨ ਕਰਕੇ ਕਸਟਮਰ ਵੀ ਪਰੇਸ਼ਾਨ ਹੁੰਦਾ। ਬਹੁਤ ਬਹੁਤ ਧੰਨਵਾਦ ਜੀ। ਸੋ ਇਸ ਤਰੀਕੇ ਦੇ ਨਾਲ ਦੁਕਾਨਦਾਰਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਜਿਹੜੀ ਬਾਉਂਡੇਸ਼ਨ ਰੱਖੀ ਗਈ ਹੈ, ਟਾਈਮਿੰਗ ਰੱਖਿਆ ਗਿਆ ਹੈ 8 ਵਜੇ ਤੱਕ, ਜਿਹੜੀ ਦੁਕਾਨਦਾਰਾਂ ਦੀ ਵੀ ਦੁਕਾਨ 8 ਵਜੇ ਤੱਕ ਬੰਦ ਕਰ ਦੇਣੀ ਚਾਹੀਦੀ ਹੈ। ਇਸ ਤਰੀਕੇ ਦੇ ਨਾਲ ਨਹੀਂ ਹੋਣੀ ਚਾਹੀਦੀ, ਕਿਉਂਕਿ ਇਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਗਰ ਬਾਉਂਡੇਸ਼ਨ ਨਹੀਂ ਹਟੇਗੀ, ਜੋ ਟਾਈਮਿੰਗ ਦਿੱਤਾ ਗਿਆ ਇਸ ਦੇ ਵਿੱਚ ਗਾਹਕਾਂ ਨੂੰ, ਜੇ ਗਾਹਕ ਕੋਈ ਆਉਂਦਾ ਵੀ ਹੈ ਤਾਂ ਟਾਈਮਿੰਗ ਬਹੁਤ ਜ਼ਿਆਦਾ ਜਿਹੜੀ ਹੈ ਉਹਨਾਂ ਨੂੰ ਚੱਲਣਾ ਪੈਂਦਾ, ਉਸ ਨੂੰ ਬਹੁਤ ਟਾਈਮ ਕੰਜ਼ਿਊਮਿੰਗ ਆ ਜੋ ਵੀ ਕੁਝ ਆਉਂਦਾ ਇਸ ਗਾਹਕ। ਸੋ ਇਸ ਤਰੀਕੇ ਨਾਲ ਇਹਨਾਂ ਨੂੰ ਟਾਈਮਿੰਗ ਜਿਹੜੀ ਵਧਾਉਣੀ ਚਾਹੀਦੀ ਹੈ। ਸੋ ਵਧੇਰੀ ਅਪਡੇਟਸ ਦੀ ਜੁੜੇ ਰਹੋ ਲੁਧਿਆਣਾ ਟਾਈਮਸ ਨਾਲ। ਕੈਮਰਾਮੈਨ ਸਤਵੰਤ ਮਥਾੜੂ ਦੇ ਨਾਲ ਗੁਰਦੀਪ ਸਿੰਘ ਲੰਮੇ, ਲੁਧਿਆਣਾ ਟਾਈਮਸ। ਵਧੇਰੇ ਜਾਣਕਾਰੀ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪਬਲਿਕ ਟਾਈਮਸ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲੋ।